Hello friends, Sat Shri Akal, Adab, Namaste. My name is Digvijay and welcome to Chetan Bharat Learning. So ਹੁਣ ਅਸੀਂ ਆ ਗਏ ਹਾਂ ਪੰਜਾਬ ਦੇ ਕਰੰਟ ਅਫੇਅਰਸ ਲੈ ਕੇ ਐਂਡ ਅੱਜ ਅਸੀਂ ਪੰਜਾਬ ਦੇ ਕਰੰਟ ਅਫੇਅਰਸ ਜਿਹੜੇ ਵੀ ਲਾਸਟ ਹਫਤੇ ਦੇ ਜਾਂ 10 ਦਿਨ ਦੇ ਜਿਹੜੇ ਵੀ ਇੰਪੋਰਟੈਂਟ ਸੀਗੇ ਨਿਊਜ਼ 'ਚ ਆਪਣਾ ਤੇ ਅੱਜ ਅਸੀਂ ਉਹ ਡਿਸਕਸ ਕਰਾਂਗੇ ਜਾਂ ਉਹਦਾ ਕੋਈ ਰਿਲੇਸ਼ਨ ਹੋਏਗਾ ਅੱਗੇ ਅਸੀਂ ਉਹ ਡਿਸਕਸ ਕਰਾਂਗੇ. ਸੋ ਲੈਟਸ ਬਿਗਿਨ ਵਿਦ ਦ ਕਰੰਟ ਅਫੇਅਰਸ ਆਫ ਪੰਜਾਬ. ਰਾਈਟ, टॉपिक्स टू भी कवर्ड. एक असी GST बिलिंग स्कैम करांगे जिहड़ा रीसेंटली तुसी न्यूज़पेपर च भी पढ़िया होना भी जिहड़ा GST स्कैम होया समवट अबाउट 700 करोड़. सैकेंड असी पढ़ांगे भी पंजाब च जिहड़ी आर्मी च रिक्रूटमेंट है पंजाब दे सब तो ज़्यादा पर्सनल ने उन्हां दे नंबर उन्हां दा परसेंटेज जिहड़ी हैगी असी वो डिस्कस करांगे. फिर है पंजाब विधान सभा कमेटी ਦੇ कुछ इन्फॉर्मेशन ने ਅਸੀਂ ਉਹ डिस्कस करांगे. उन्होंने कुछ इशूज़ उठाए ने ਅਸੀਂ ਉਹਨਾਂ ਬਾਰੇ डिस्कस करांगे. फिर एक SGPC ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਰੀਸੈਂਟਲੀ ਨਿਊਜ਼ ਸੀਗੀ ਅਸੀਂ ਉਹ डिस्कस करांगे. ਉਸ ਤੋਂ ਬਾਅਦ FCI ਰਿਲੇਟਡ ਨਿਊਜ਼ ਨੇ ਤੇ ਟੋਟਲ ਅਸੀਂ ਨਿਊਜ਼ ਅੱਜ डिस्कस करांगे ਅੱਜ ਦੇ ਸੈਸ਼ਨ 'ਚ. ਸੋ ਲੈਟਸ ਬਿਗਿਨ ਵਿਦ ਦ ਫਰਸਟ ਨਿਊਜ਼. ਇਹ ਹੈਗੀ ਹੈ ₹700 ਕਰੋੜ GST ਬਿਲਿੰਗ ਸਕੈਮ ਅਨਅਰਥਡ ਇਨ ਪੰਜਾਬ. ਠੀਕ ਹੈ, ਹੁਣ ਇੱਕ ਪੰਜਾਬ 'ਚ ਕੋਈ 700 ਕਰੋੜ ਦਾ GST ਸਕੈਮ ਹੋਇਆ ਤੇ ਅਸੀਂ ਉਹਦੇ ਬਾਰੇ ਡਿਸਕਸ ਕਰਾਂਗੇ ਵੀ ਸਕੈਮ ਕਿੱਦਾਂ ਹੋਇਆ. ਠੀਕ ਹੈ, ਸਕੈਮ ਨਾਲ ਸਾਡਾ ਕੋਈ ਨਹੀਂ ਵੀ ਦਿਸ ਇਜ਼ ਵੈਰੀ ਕਹਿ ਲਓ ਆਪਾਂ ਇੱਕ ਤਰੀਕੇ ਨਾਲ ਇਰਰੈਲੇਵੈਂਟ ਹੈਗੀ ਐਗਜ਼ਾਮ ਦੇ ਪੁਆਇੰਟ ਆਫ ਵਿਊ ਨਾਲ, ਬਟ ਸਕੈਮ ਹੋਇਆ ਕੀ ਹੈ, ਕਿਸ ਤਰੀਕੇ ਨਾਲ ਹੋਇਆ, ਹਾਊ ਇਜ਼ ਇਟ ਰਿਲੇਟਡ ਟੂ GST ਅਸੀਂ ਉਹ ਡਿਸਕਸ ਕਰਾਂਗੇ. ਠੀਕ ਹੈ, ਇਹ ਹੈਗਾ ਦ ਇਨਵੈਸਟੀਗੇਸ਼ਨ ਵਿੰਗ ਆਫ GST ਅਰੈਸਟਡ 5 ਪੀਪਲ. ਠੀਕ ਹੈ, ਵੀ ਉਹਨਾਂ ਨੇ 5 ਬੰਦੇ ਅਰੈਸਟ ਕੀਤੇ ਨੇ. ਕਿਉਂ? ਇਟ ਇਜ਼ ਅ ਕੇਸ ਆਫ ਬੋਗਸ ਬਿਲਿੰਗ ਨੈਟਵਰਕ. ਠੀਕ ਹੈ, ਬੋਗਸ ਬਿਲਿੰਗ ਹੋਈ ਹੈ. ਕਿੱਦਾਂ ਹੋਈ ਹੈ ਬੋਗਸ ਬਿਲਿੰਗ? ਕੇਸ ਰਿਲੇਟਡ ਟੂ availing and passing on fraudulent input tax credit. Input tax credit. What is input tax credit? ਅਸੀਂ ਕਰਾਂਗੇ. What is input tax credit? Input tax credit ਹੁੰਦਾ means at time you can reduce the tax you have already paid on inputs. ਇਹ ਆਪਾਂ ਸਮਝਾਂਗੇ ਕਿੱਦਾਂ ਵੀ ਸਪੋਜ਼ ਜੇ ਤੁਸੀਂ 100 ਰੁਪਏ ਦੀ ਚੀਜ਼ ਲਿੱਤੀ ਹੈ ਨਾ, ਤੁਸੀਂ ਉਸ 'ਤੇ 50 ਰੁਪਏ ਟੈਕਸ ਪੇ ਕੀਤਾ ਐਂਡ ਨੈਕਸਟ ਤੁਸੀਂ ਜਿਹੜਾ ਹੈਗਾ ਟੈਕਸ ਉਸ 'ਤੇ ਜਦ ਤੁਸੀਂ ਉਹ ਚੀਜ਼ ਸੇਲ ਕਰ ਰਹੇ ਹੋ ਹੈ ਨਾ, ਬੀਇੰਗ ਅ ਮਿਡਲ ਮੈਨ ਤੁਸੀਂ ਉਸ 'ਤੇ ਕੁਛ ਟੈਕਸ ਲੈ ਰਹੇ ਹੋ ਜਾਂ ਕੁਝ ਤੁਹਾਡਾ ਟੈਕਸ ਡਿਊ ਹੋ ਰਿਹਾ ਉਸ 'ਤੇ. ਠੀਕ ਹੈ, ਤੁਸੀਂ ਆਪਣਾ ਜਿਹੜਾ ਟੈਕਸ ਆਲਰੇਡੀ ਪੇਡ ਹੈ ਉਹਨੂੰ ਕੱਟ ਕੇ ਬਾਕੀ ਦੀ ਅਮਾਊਂਟ 'ਤੇ ਤੁਸੀਂ ਟੈਕਸ ਪੇ ਕਰੋਗੇ. ਲੈਟਸ ਰੀਡ ਇਹ ਕੀ ਹੈਗਾ. ਇਨਪੁਟ ਟੈਕਸ ਕ੍ਰੈਡਿਟ ਮੀਨਸ at the time of paying tax on the output you can reduce the tax you have already paid on inputs. मतलब suppose ਤੁਸੀਂ input ਕੁਛ procure ਕੀਤਾ, ਕੋਈ ਚੀਜ਼ ਖਰੀਦੀ ਹੈ, ਉਸ 'ਤੇ ਤੁਸੀਂ ਜੋ ਟੈਕਸ ਦਿੱਤਾ ਉਹ ਤੁਸੀਂ ਕੱਟ ਕਰ ਲਓਗੇ ਹੈ ਨਾ, ਵੀ ਮੈਂ ਜੀ 50 ਰੁਪਏ ਪਹਿਲਾਂ ਟੈਕਸ ਪੇ ਕਰ ਚੁੱਕਾ ਹੈ ਨਾ. ਸੇ ਯੂ ਆਰ ਅ ਮੈਨੂਫੈਕਚਰ ਐਂਡ ਟੈਕਸ ਪੇਬਲ ਔਨ ਆਊਟਪੁੱਟ ਫਾਈਨਲ ਪ੍ਰੋਡਕਟ ਇਜ਼ ₹450. ਤੁਸੀਂ 450 ਰੁਪਏ ਲਾਸਟ ਟੈਕਸ ਦੇਣਾ ਹੈ. ਠੀਕ ਹੈ, ਵੀ ਆਰ ਟੇਕਿੰਗ ਐਨ ਐਗਜ਼ਾਮਪਲ. ਤੁਸੀਂ 450 ਰੁਪਏ ਟੈਕਸ ਦੇਣਾ ਹੈ. ਠੀਕ ਹੈ, ਐਂਡ ਯੂਰ ਪਰਚੇਜ਼ ਇਜ਼ ਟੋਟਲ ₹300. ਮਤਲਬ ਤੁਹਾਡੀ ਜਿਹੜੀ ਪਰਚੇਜ਼ 'ਤੇ ਤੁਸੀਂ ਟੈਕਸ ਪੇ ਕੀਤਾ ਉਹ ਤੁਸੀਂ ਕੀਤਾ 300 ਰੁਪਏ. ਠੀਕ ਹੈ, ਸੋ ਦ ਟੈਕਸ ਅਮਾਊਂਟ ਡਿਊ ਟੂ ਯੂ ਇਜ਼ ₹150. ਠੀਕ ਹੈ, ਆਪਾਂ ਇਹਨੂੰ ਅੱਗੇ ਕਰਾਂਗੇ. ਦੇਖੋ ਸਪੋਜ਼ ਇਹ ਟੋਟਲ ਆਊਟਪੁੱਟ ਟੈਕਸ ਹੈ ਤੁਹਾਡਾ ₹450. ਠੀਕ ਹੈ, ਡਾਇਗਰਾਮ ਨਾਲ ਐਕਸਪਲੇਨ ਕਰਦੇ ਹਾਂ. ਠੀਕ ਹੈ, ਟੈਕਸ ਪੇਡ ਔਨ ਪਰਚੇਜ਼ ਆਫ A ਇਜ਼ ₹100, B is 120. ਠੀਕ ਹੈ, ਐਂਡ ਪਰਚੇਜ਼ ਆਫ C ਇਜ਼ ₹80. ਠੀਕ ਹੈ, ਤੁਸੀਂ 3 ਚੀਜ਼ਾਂ ਨੂੰ ਪਰਚੇਜ਼ ਕੀਤਾ. ਠੀਕ ਹੈ, ਉਸ 'ਤੇ ਤੁਸੀਂ A 'ਤੇ ਕਿੰਨਾ ਟੈਕਸ ਦਿੱਤਾ? A 'ਤੇ ਦਿੱਤਾ ਤੁਸੀਂ 100 ਰੁਪਏ, B 'ਤੇ ਤੁਸੀਂ ਦਿੱਤਾ 120 ਰੁਪਏ ਟੈਕਸ. ਠੀਕ ਹੈ, ਇਹ ਟੈਕਸ ਦੀ ਅਮਾਊਂਟ ਹੋ ਰਹੀ ਹੈ, ਇਹ ਉਹ ਨਹੀਂ ਤੁਸੀਂ ਪਰਚੇਜ਼ ਕਿੰਨੇ ਦਾ ਕੀਤਾ. ਦਿਸ ਇਜ਼ ਦ ਅਮਾਊਂਟ ਆਫ ਟੈਕਸ ਯੂ ਹੈਵ ਗਿਵਨ ਔਨ ਦੈਟ ਪਰਚੇਜ਼. ਐਂਡ C 'ਤੇ ਤੁਸੀਂ ₹80 ਟੈਕਸ ਦਿੱਤਾ. ਤੁਸੀਂ ਇਹਨਾਂ ਨੂੰ ਚੀਜ਼ ਮਿਕਸ ਕਰਕੇ ਇੱਕ ਚੀਜ਼ ਬਣਾਤੀ ਜਿਸ 'ਤੇ ਟੋਟਲ ਟੈਕਸ ਆਊਟਪੁੱਟ ਕਮਸ ਆਊਟ ਟੂ ਬੀ 450. ਜਿਹੜਾ 450 ਟੈਕਸ ਆਪਾਂ ਦੇਣਾ ਹੈ. ਠੀਕ ਹੈ, ਉਹਦੇ ਵਿੱਚ ਤੁਸੀਂ 300 ਰੁਪਏ ਤਾਂ ਆਲਰੇਡੀ ਪੇ ਕਰ ਚੁੱਕੇ ਹੋ ਹੈ ਨਾ, ਤੇ ਜਿਹੜਾ ਲਾਸਟ ਤੁਹਾਡਾ ਟੈਕਸ ਡਿਊ ਹੁੰਦਾ ਉਹ 450 ਮਾਈਨਸ 300 ਇਜ਼ ਇਕੁਅਲ ਟੂ 150. ਇਹ ਅਮਾਊਂਟ ਤੁਸੀਂ ਟੈਕਸ ਪੇ ਕਰਨਾ ਹੈ. ਤੇ ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਜਿਹੜੀ ਇਹ ਅਮਾਊਂਟ ਹੈ, ਸਪੋਜ਼ ਆਪਾਂ ਇਹਨੂੰ ਐਗਜ਼ਾਮਪਲ ਲੈਂਦੇ ਹਾਂ, ਸਪੋਜ਼ ਇਹਨਾਂ 'ਤੇ 1000 ਰੁਪਏ ਦਾ ਟੈਕਸ ਡਿਊ ਹੋ ਰਿਹਾ ਸੀਗਾ. ਠੀਕ ਹੈ, ਇਹਨਾਂ ਨੇ ਕੀ ਕੀਤਾ, ਇਹਨਾਂ ਦਾ ਬਣਦਾ ਸੀਗਾ 300 ਰੁਪਏ ਟੈਕਸ ਦੇਣਾ ਉਸ ਅਮਾਊਂਟ 'ਤੇ. ਇਹਨਾਂ ਨੇ ਕੀ ਸ਼ੋ ਕੀਤਾ, ਠੀਕ ਹੈ, 300 ਰੁਪਏ ਇਹਨਾਂ ਦਾ ਟੈਕਸ ਇਹਨਾਂ ਨੇ ਇਨਪੁਟ ਇਹਨਾਂ ਦੀ ਕੱਟਣੀ ਸੀਗੀ ਅਤੇ ਮਤਲਬ 700 ਰੁਪਏ ਦਾ ਟੈਕਸ ਪੈਣਾ ਸੀ. ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਆਪਣੀ ਜਿਹੜੀ ਇਨਪੁਟ ਟੈਕਸ ਹੈ ਉਹ ਸ਼ੋ ਕਰਤਾ 700 ਰੁਪਏ ਅਤੇ ਹੁਣ ਟੈਕਸ ਦੀ ਅਮਾਊਂਟ ਕਿੰਨੀ ਰਹੇਗੀ 300 ਰੁਪਏ. ਠੀਕ ਹੈ, ਜਿੱਥੇ ਇਹਨਾਂ ਨੇ 700 ਰੁਪਏ ਟੈਕਸ ਦੇਣਾ ਸੀ ਹੁਣ ਇਹ 300 ਰੁਪਏ ਦੇ ਰਹੇ ਨੇ. ਅਤੇ ਦੈਟ ਇਜ਼ ਹਾਊ ਦਿਸ ਸਕੈਮ ਹੈਜ਼ ਬੀਨ ਅਨਅਰਥਡ. ਵੀ ਇਹਨਾਂ ਨੇ ਆਪਣੀ ਇਨਪੁਟ ਜਿਹੜੀ ਹੈਗੀਆਂ ਨੇ ਉਹ ਜ਼ਿਆਦਾ ਸ਼ੋ ਕੀਤੀਆਂ ਨੇ. ਠੀਕ ਹੈ, ਆਈ ਹੋਪ ਯੂ ਗੋਟ ਦ ਕੰਸੈਪਟ ਕਿ ਇਹ ਕੀ ਸਕੈਮ ਹੋਇਆ ਅਤੇ ਕਿੱਦਾਂ ਇਹ ਸਕੈਮ GST ਰਿਲੇਟਿਡ ਹੈ. ठीक है, इनपुट टैक्स क्रेडिट दैट इज मोर इंपॉर्टेंट है ना, एक टर्म है इनपुट टैक्स क्रेडिट, उन्होंने एक्सप्लेन करने लिए वी हैव टेकन दिस न्यूज़. मूविंग ऑन टू द नेक्स्ट स्लाइड. पंजाब हैज़ द सेकंड हाईएस्ट मैन इन आर्मी. ठीक है, ये रिसेंटली अपना न्यूज़ सीगा. ठीक है, द फर्स्ट स्टैंड्स मतलब सब तो ज़्यादा बंदे किदे ने हुण आर्मी च
उत्तर प्रदेश ਦੇ ਇਹਦੇ ਕਿੰਨੇ ਨੇ 1,67,557 ਸੋਲਜਰਸ ਇਹਦੇ ਇੰਨੇ ਬੰਦੇ ਨੇ ਨੰਬਰ 1 ਤੇ ਕੀ ਆ ਰਿਹਾ यूपी ਐਂਡ ਨੰਬਰ 2 ਤੇ ਹੈ ਆਪਣਾ ਪੰਜਾਬ अपना पंजाब is on number 2 with 7.7% of total strength in the army ठीक है 7.7% ਸਾਡੀ strength ਹੈ ਆਰਮੀ ਦੇ ਵਿੱਚ ਸਾਡੀ ਜਾਂ ਪੰਜਾਬ ਦੇ ਜਿੰਨੇ ਵੀ ਰੈਜ਼ੀਡੈਂਟਸ ਜਿਹੜੇ ਆਰਮੀ ਚ ਰਿਕਰੂਟ ਹੁੰਦੇ ਨੇ ਉਹਨਾਂ ਦੀ ਓਵਰਆਲ ਸਟਰੈਂਥ ਹੈ 7.7% ਐਂਡ that is 89,088 89,088 ਪਰਸਨਲ ਜਿਹੜੇ ਸਾਡੇ ਇਸ ਟਾਈਮ ਆਰਮੀ ਦੇ ਵਿੱਚ ਕੰਮ ਕਰ ਰਹੇ ਨੇ ਸੋ ਵੀ ਸਟੈਂਡ ਐਟ second and number 1 is UP and next is this information was given by है ना ये question आंदा भी information किन्ने release की है this information is released by Ministry of Defence ने ये information release की है ठीक है now moving on to the next news the Punjab Vidhan Sabha Committee has expressed concerns over non-issuance of smart ration card to target beneficiaries. What has the Punjab Vidhan Sabha Committee said? इन्हें क्या भी जिहड़ी अपनी target community है या target जिहड़ी audience है या target जिहड़े लोग ने उन्हां नूं नहीं reach कर रहे ये reach कर रहे जिहड़े already rich ने what are they saying ठीक है what are smart ration cards है ना ये scheme की है ये की हुंदा असीं ये discuss करांगे ठीक है this was recently in news कि इन्हां ने इहदे ते objection उठाया but now we'll discuss what exactly is smart ration cards ठीक है these cards are issued by the Department of Food Supplies and Consumer Affairs so the question आंदा है smart ration card कौन issue करता है it is issued by Department of Food Supplies and Consumer Affairs right and इन्हां ने की कीता है इन्हां ने कहा भी असी हुण तक 36 लाख कार्ड ऑलरेडी इशूड कर सकते हैं कर चुके हैं ठीक है इन्हां ने 36 लाख ਜਿਹੜੇ ਕਾਰਡਸ ਨੇ ਉਹ ਆਲਰੇਡੀ ਇਸ਼ੂ ਕਰ ਚੁੱਕੇ ਨੇ ਐਂਡ ਜਿਹੜੇ ਸਮਾਰਟ ਰੇਸ਼ਨ ਕਾਰਡ ਨੇ ਇਹ ਕੀ ਹੈ ਹੁਣ ਇਹ ਚਿਪ ਜਿਵੇਂ ਲਾਇਸੈਂਸ ਆ ਰਹੇ ਨੇ ਅੱਜ ਕੱਲ੍ਹ ਜਾਂ ਤੁਹਾਡਾ ATM ਆ ਰਿਹਾ ਉਹ ਚਿਪ ਕਾਰਡਸ ਨੇ ਉਵੇਂ ਦੇ ਹੀ ਇਹ ਸਮਾਰਟ ਰੇਸ਼ਨ ਕਾਰਡ ਨੇ ਠੀਕ ਹੈ ਮੂਵਿੰਗ ਔਨ ਟੂ ਦਾ ਡਿਜੀਟਲ ਵਰਲਡ ਆਪਾਂ ਉਹਨੂੰ ਉਹ ਕਹਿ ਸਕਦੇ ਹਾਂ ਠੀਕ ਹੈ ਸੋ ਇਟ ਸੇਜ਼ ਇਟ ਹੈਜ਼ ਇਸ਼ੂਡ ਅਪਰੋਕਸੀਮੇਟਲੀ 36 lakhs ਕਾਰਡ ਐਂਡ ਡਿਪਾਰਟਮੈਂਟ ਦਾ ਨਾਮ ਨਹੀਂ ਭੁੱਲਣਾ ਡਿਪਾਰਟਮੈਂਟ ਆਫ ਫੂਡ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਸ ਠੀਕ ਹੈ ਅੱਗੇ ਕੀ ਕਹਿ ਰਿਹਾ ਇਹ what are smart ration cards ਜਾਂ ਰਾਸ਼ਨ ਕਾਰਡ ਜਿਹਨੂੰ ਆਪਾਂ ਕਹਿੰਦੇ ਆ ਠੀਕ ਹੈ ਰਾਸ਼ਨ ਕਾਰਡਸ ਆਰ ਯੂਜ਼ਡ ਟੂ ਸਪਲਾਈ ਫੂਡ ਗ੍ਰੇਨਸ ਐਂਡ ਅਦਰ ਪ੍ਰੋਵੀਜ਼ਨ ਐਟ ਅ ਸਬਸਿਡਾਈਜ਼ਡ ਰੇਟ ਕੀ ਹੁੰਦਾ ਵੀ ਜਿਹੜੀ ਮਾਰਕੀਟ ਨਾਲੋਂ ਘੱਟ ਹੈ ਸਪੋਜ਼ ਜੇ ਇੱਕ ਚੀਜ਼ 100 ਰੁਪਏ ਦੀ ਹੈ ਤੇ ਤੁਹਾਨੂੰ 50 ਰੁਪਏ ਦੀ ਮਿਲ ਰਹੀ ਹੈ ਜੇ 10 ਰੁਪਏ ਦੀ ਹੈ ਤਾਂ ਤੁਹਾਨੂੰ 2 ਰੁਪਏ ਦੀ ਜਾਂ 3 ਰੁਪਏ ਦੀ ਦੇ ਰਹੇ ਮਤਲਬ ਤੁਹਾਨੂੰ ਮਾਰਕੀਟ ਨਾਲੋਂ ਸਸਤਾ ਦੇ ਰਹੇ ਨੇ ਬਿਕੋਜ਼ ਯੂ ਆਰ ਬਿਲੋ ਪਾਵਰਟੀ ਲਾਈਨ मतलब जी पावर्टी लाइन आप पढ़ी है वो थले हो भी तुसी गरीब हो ठीक है तुसी नहीं गरीब जेडे भी गरीब ने उन्हां लई हैगे है ठीक है द बेनिफिट्स प्रोवाइडेड बाय द गवर्नमेंट ये गवर्नमेंट तुहानूं सस्ती चीज़ां ते राशन पे करती है राइट सो स्मार्ट रेशन कार्ड्स इशूड अंडर नैशनल फूड सिक्योरिटी एक्ट क्यों इशू कर रहे हैं ये नैशनल फूड सिक्योरिटी एक्ट के अंडर आप इशू कर रहे हैं ठीक है नंबर ऑफ बेनिफिशरी जो आप टारगेट कर रहे हैं इज़ 1.42 करोड़ ठीक है इन्हें आप बेनिफिशरीज टारगेट करके चल रहे भी इन्ने लोगों को असी सबसिडाइज रेट से आप राशन घर का राशन जोड़ा है असी वो प्रोवाइड करना है ठीक है इस की पॉइंट आता है द एल्डेस्ट वुमेन विल बी द फैमिली हैड ठीक है आ देखो द एल्डेस्ट वुमेन ठीक है ਇਹਦਾ मतलब मैन नहीं वुमेन मतलब एक तरह से वुमेन सेंट्रिक स्कीम होगी या कई बार जो ऑप्शन तुसी पढ़ोगे ना ਤੁਹਾਡੇ एग्जाम च आ सकती है भी वुमेन विल बी द हैड है ना उस टाइम ये इन्फॉर्मेशन ਤੁਹਾਡੇ काम आएगी द एल्डेस्ट वुमेन विल बी द फैमिली हैड एंड की है वीट विल बी गिवन एट ₹2 पर kg मतलब 2 रुपये किलो ਤੁਹਾਨੂੰ वीट ਦਿੱਤੀ ਜਾਵੇਗੀ जिस कारण ਤੁਹਾਨੂੰ एक सबसिडाइज रेट है ना मार्केट नालों घੱਟ रेट ਤੇ ਤੁਹਾਨੂੰ वीट ਦਿੱਤੀ ਜਾਵੇਗੀ ठीक है द बाय एनुअल एंटाइटलमेंट ऑफ द वीट विल बी गिवन एट वन गो एक बार तुहानूं बाय एनुअल एंटाइटलमेंट मिल जाएगी द डिस्ट्रीब्यूशन विल बी डन एट द डोर स्टैप ऑफ द बेनीफिशरी मतलब जिहड़ा बेनीफिशरी होएगा ਉਹਦੇ डोर स्टैप ਤੇ घर जाके ਤੁਹਾਨੂੰ ਇਹਦਾ ਫਾਇਦਾ ਦੱਸਣਗੇ ਸਕੀਮ ਦਾ घर जाके ਤੁਹਾਨੂੰ ਇਹ ਰਾਸ਼ਨ ਹੈ ਜਿਹੜਾ ਪ੍ਰੋਵਾਈਡ ਕੀਤਾ ਜਾਏਗਾ ਬਾय द डिपार्टमेंट ठीक है द बेनीफिशरी गेट्स टू कीप द वीट बैग ठीक है ਜਿਹੜਾ बैग ਉਹਨੂੰ ਦੇਣਗੇ ਉਹ ਘਰੇ ਹੀ ਰੱਖੇਗਾ ਉਸ ਤੋਂ ਇਹ ਨਹੀਂ ਵੀ ਲਿਫਾਫਾ ਖਾਲੀ ਕਰਾ ਕੇ ਵਾਪਸ ਕਰ ਦਿਓ ਜੀ ਉਹ ਨਹੀਂ ਹੋਏਗਾ ਐਂਡ ਦ बेनिफिशरीज आर ਡੀਡੁਪਲੀਕੇਟਡ ਔਨ ਦ ਬੇਸਿਸ ਆਫ ਆਧਾਰ ਡੀਡੁਪਲੀਕੇਟਡ ਮੀਨਸ भी जो वो आधार कार्ड है असी आधार कार्ड नंबर पा के किसी होर ने उस आधार कार्ड से बेनीफिट्स ना लिते हो या वो एक बंदे का 2 बार कोई अकाउंट ना हो साढ़े तो डबल बेनीफिट्स ना ले रहे हो सो विल बी ਡੀਡੁਪਲੀਕੇਟਡ ठीक है ਡੀਡੁਪਲੀਕੇਟਡ उन्होंने कटा के सिंगल परसन से ही टारगेट होएगा ऑन द बेसिस ऑफ आधार राइट
ਤੇ ਦ ਬੈਨੀਫਿਸ਼ਰੀ, ਠੀਕ ਹੈ, ਦ ਬੈਨੀਫਿਸ਼ਰੀ ਕੈਨ ਗੋ ਟੂ ਦ ਕੰਜ਼ਿਊਮਰ ਕੋਰਟ ਇਫ ਹੀ ਡਜ਼ ਨਾਟ ਗੈਟ ਵੀਟ ਐਜ਼ ਪਰ ਹਿਜ਼ ਐਂਟਾਈਟਲਮੈਂਟ, ਠੀਕ ਹੈ। ਦਿਸ ਇਜ਼ ਅ ਕਾइंड ऑफ ਚੈੱਕ ਮੈਕੈਨਿਜ਼ਮ, ਠੀਕ ਹੈ। ਜੋ ਉਹਨੂੰ ਰਾਸ਼ਨ ਨਹੀਂ ਮਿਲ ਰਿਹਾ ਉਹ ਕੰਜ਼ਿਊਮਰ ਕੋਰਟ ਜਾ ਕੇ ਕਲੇਮ ਲੈ ਸਕਦਾ ਵੀ ਹਾਂਜੀ ਸਰ ਜਨਾਬ ਮੈਨੂੰ ਰਾਸ਼ਨ ਨਹੀਂ ਮਿਲ ਰਿਹਾ, ਜਿਹੜੀ ਇਹ ਪੰਜਾਬ ਦੀ ਸਮਾਰਟ ਰੇਸ਼ਨ ਕਾਰਡ ਸਕੀਮ ਹੈ ਤੇ ਇਹਦੇ ਬੇਸਿਕਲੀ ਕੰਜ਼ਿਊਮਰ ਕੋਰਟ ਇਜ਼ ਦਾ ਚੈੱਕ ਮੈਕੈਨਿਜ਼ਮ, ਉਹਨੂੰ ਚੈੱਕ ਕਰੇਗਾ ਹਾਂ ਵੀ ਕਿਉਂ ਨਹੀਂ ਦੇ ਰਹੇ ਤੁਸੀਂ, ਠੀਕ ਹੈ। ਕੰਜ਼ਿਊਮਰ ਕੋਰਟ ਪੁੱਛ ਸਕਦਾ ਤੁਸੀਂ ਕਿਉਂ ਨਹੀਂ ਦੇ ਰਹੇ ਉਹਨੂੰ ਪੈਸਾ, ਵੀਟ ਜਿਹੜੀ ਹੈਗੀ ਜਿਹੜਾ ਵੀ ਰਾਸ਼ਨ ਦੇ ਰਹੇ ਹੋ, ਠੀਕ ਹੈ। ਵੀਟ ਵਿਲ ਬੀ ਡਿਲੀਵਰਡ ਇਨ 30 kg ਸਟੈਂਡਰਡ ਪੈਕਿੰਗ, ਠੀਕ ਹੈ, 30 ਕਿਲੋ ਦੇ ਬੈਗ 'ਚ ਪੈਕਿੰਗ ਹੋਏਗੀ। ਐਂਡ ਇਸ 'ਚ ਵੇਰੀਅਸ ਜਿਹੜੇ ਡਿਪਾਰਟਮੈਂਟ ਇਨਵੋਲਵ ਨੇ, ਡਿਪਾਰਟਮੈਂਟ ਆਫੀਸ਼ੀਅਲਸ, बेनिफिशरी, ट्रांसपोर्टर, ग्राम पंचायत, निगरानी कमेटी, ऑल विल वर्क इन द कोऑर्डिनेशन ऑफ डिसबर्समेंट ऑफ वीट। मतलब ये सारे ਜਿਹੜੇ डिपार्टमेंट ने ये आपस ਕੰਮ ਕਰਕੇ ਜਿਹੜੀ ਵੀ ਟਾਰਗੇਟਡ ਇਹਨਾਂ ਦੀ ਆਡੀਅנס ਨੇ ਜਾਂ ਜਿੰਨੇ ਵੀ ਲੋਕ ਇੱਕ ਸਕੀਮ ਦੇ ਅੰਡਰ ਆ ਰਹੇ ਨੇ ਉਹਨਾਂ ਤੱਕ ਰਾਸ਼ਨ ਪਹੁੰਚਾਣਗੇ, ਠੀਕ ਹੈ। नो अपर कैप एवरी मैंबर, ये नहीं भी ਤੁਹਾਡੇ 2 ਮੈਂਬਰ ਨੇ 3 ਮੈਂਬਰ ਨੇ ਜਾਂ ਇੰਨੇ ਤੱਕ, नो अपर कैप जिन्ने भी ਤੁਹਾਡੇ ਘਰ ਦੇ ਮੈਂਬਰ ਨੇ ਉਹਨਾਂ ਦੇ ਹਿਸਾਬ ਨਾਲ ਤੁਹਾਨੂੰ ਵੀਟ ਪ੍ਰੋਵਾਈਡ ਕੀਤੀ ਜਾਵੇਗੀ, ਠੀਕ ਹੈ। दैट इज इट, ठीक है। मूविंग ऑन ਆਪਾਂ ਨੈਕਸਟ ਨਿਊਜ਼ ਤੇ ਪੜ੍ਹਦੇ ਹਾਂ ਕੀ ਹੈ ਨਿਊਜ਼। ओके, सो पाकिस्तान सिख गुरुद्वारा प्रबंधक कमेटी सेंड्स इनविटेशन टू SGPC। ਤੁਹਾਨੂੰ ਪਤਾ ਸਾਰਿਆਂ ਨੂੰ SGPC के ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਠੀਕ ਹੈ, ਉਹਨਾਂ ਨੇ ਇਨਵੀਟੇਸ਼ਨ ਦਿੱਤਾ। ਅਸੀਂ ਦੇਖਦੇ ਹਾਂ ਕੀ ਇਸ ਕੰਟੈਂਟ ਕੀ ਹੈ ਨਿਊਜ਼ ਦਾ। PSGPC ਪ੍ਰੈਜ਼ੀਡੈਂਟ ਸਤਵੰਤ ਸਿੰਘ, ਠੀਕ ਹੈ, ਪਾਕਿਸਤਾਨ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹਨਾਂ ਨੇ ਸੈਡ ਮੇਨ ਫੰਕਸ਼ਨ ਟੂ ਬੀ ਹੈਲਡ ਐਟ ਪੰਜਾ ਸਾਹਿਬ। ਪੰਜਾ ਸਾਹਿਬ ਇਜ਼ ਵੇਅਰ? ਪੰਜਾ ਸਾਹਿਬ ਇਜ਼ ਇਨ ਪਾਕਿਸਤਾਨ। ਪੰਜਾ ਸਾਹਿਬ ਇਜ਼ ਫੇਮਸ ਫॉर हैंडप्रिंट ऑफ गुरु नानक देव जी, द फाउंडर ऑफ सिखिज्म। सो इत्थे गुरु नानक साहब जी दे पंजे दे निशान ने, एक पत्थर है, तुहानूं सारिआं नूं पता होना। ते पंजा साहब नाउ इज़ इन पाकिस्तान। सो ही सैड दैट बैसाखी का कोई दिन है उत्थे फंक्शन होएगा ते ही इज़ इनवाइटेड भी तुसीं अपने जिहड़े पंजाब दे सिख ने एक बारी जरूर जाके फंक्शन च पार्ट लैन, ठीक है, ठीक है। आपां पढ़दे हां की है द 1972 शिमला एग्रीमेंट, ठीक है। 1972 शिमला च एग्रीमेंट होया सी, प्रोवाइडेड प्रमोटिंग ट्रैवल फैसिलिटीज़ इन ऑर्डर टू नॉर्मलाइज रिलेशनस, ठीक है। ये 1972 च जिहड़ा इंदिरा गांधी पैक्ट होया सीगा उस च इन्होंने ने कहा सी भी तुसीं ट्रैवल जिहड़ा हैगा पर रिलीजियस एक तरह का ट्रैवल खोलांगे सो दैट एक कॉर्डियल रिलेशन दोनों देशों के विच बनन, ਉਹਦੇ अंडर ये जा रहे हैं, ठीक है। इन 1974 इंडिया एंड पाकिस्तान साइंड अ वीज़ा एग्रीमेंट टू अलाउ ईच अदर्स नैशनल्स अनफेटेड एक्सैस। अनफेटेड एक्सैस मीनस भी उन्होंने कोई आन जान च दिक्कत ना आवे टू रिलीजियस वर्शिप, ठीक है। देखो जो पार्टीशन होया सी है ना, अपने कुछ ਜਿਹੜੇ ਰਿਲੀਜੀਅਸ ਪਲੇਸਿਸ ਨੇ ਉਹ ਪਾਕਿਸਤਾਨ 'ਚ ਰਹਿ ਗਏ ਸੀਗੇ, ਬਟ ਸ਼ਰਧਾ ਸਾਡੀ ਭਾਵਨਾ ਸਭ ਦੀ ਸੇਮ ਹੁੰਦੀ ਹੈ ਨਾ ਟੂਵਰਡਸ ਦਾ ਰਿਲੀਜਨ। ਤੇ ਦੇਅਰਫੋਰ ਦੇ ਸੈਡ ਵੀ ਜੇ ਕੋਈ ਆਪਣਾ ਰਿਲੀਜੀਅਸ ਵਰਸ਼ਿਪ ਕਰਨਾ ਚਾਹੁੰਦਾ, ਜੇ ਕੋਈ ਆਪਣੇ ਪਿਲਗ੍ਰਿਮੇਜ ਕਰਨਾ ਚਾਹੁੰਦਾ, ਸੋ ਦੋਜ਼ ਹੈਵ ਐਨ ਅਨਫੈਟਡ ਐਕਸੈਸ ਟੂ ਦ ਨੇਸ਼ਨ, ਠੀਕ ਹੈ। ਇੱਕ ਬਾਰਡਰ ਅਕ੍ਰੋਸ ਦਾ ਬਾਰਡਰ ਉਹਨਾਂ ਨੂੰ ਵਿਦਾਊਟ ਜ਼ਿਆਦਾ ਤੰਗੀ ਉਹਨਾਂ ਨੂੰ ਐਕਸੈਸ ਦਿੱਤਾ ਜਾਵੇ, ਠੀਕ ਹੈ। देयर आर 18 हिस्टोरिकल गुरुद्वाराज इन पाकिस्तान टू विच इंडियन पिलग्रिमेज अलाउड टू विजिट, ठीक है। मतलब 18 गुरुद्वारा ने टोटल पाकिस्तानी जिहड़ा पंजाब हैगा ਉਹਦੇ ਵਿੱਚ ਤੇ ਉਹਦੇ ਵਿੱਚ ਸਾਨੂੰ ਵਿਜ਼ਿਟ ਕਰਨ ਦਾ ਇੱਕ ਚਾਂਸ में ਦਿੱਤਾ ਜਾਵੇ, ठीक है। ਉਸ ਰਿਲੇਟਡ ਹੈਗੀ ਆ, ठीक है। ਆਪਾਂ ਕੁਝ ਨਿਊਜ਼ SGPC ਦੇ ਰਿਗਾਰਡਿੰਗ ਪੜ੍ਹ ਲਾਂਗੇ, ठीक है। द प्रेजेंट प्रेजिडेंट ऑफ SGPC इज बीबी जगीर कौर, ठीक है। कई बार अपना क्वेश्चन आ जाता है हु इज़ द प्रेजिडेंट ऑफ SGPC, दिस इज बीबी जागीर कौर एंड द फर्स्ट एंड द ओनली वुमन ऑल्सो इनकम्बेंट प्रेजिडेंट। मतलब हुण भी ये प्रेजिडेंट ने एंड शी इज़ द फर्स्ट एंड ओनली वुमन प्रेजिडेंट ऑफ SGPC। हुण तक जिहड़े शिरोमणी गुरुद्वारा प्रबंधक कमेटी है उहदी शी इज़ द फर्स्ट एंड ओनली वुमन, ठीक है। सो दिस कैन बी ए क्वेश्चन या एक क्वेश्चन आ सकता है भी हु इज़ द फर्स्ट वुमन प्रेजिडेंट ऑफ SGPC, ठीक है। नाउ असीं अगे देखते हैं की है। द शिरोमणी गुरुद्वारा प्रबंधक कमेटी इज़ एन ऑर्गेनाइजेशन इन इंडिया responsible for the management of Gurudwara Sikh places of worship in the states of Punjab, Haryana and Himachal and the Union Territory of Chandigarh, ठीक है। ये इन्हां दे जिहड़े places ने उत्थे गुरुद्वारे साहब जिहड़े भी ने उन्हां नूं मैनेज करदी है। एंड SGPC ऑल्सो एडमिनिस्टर दरबार साहब, ठीक है, गोल्डन टैंपल जिहड़ा हैगा उत्ते भी एडमिनिस्टर करती है। एंड SGPC इज़ गवर्नड बाय द चीफ मिनिस्टर ऑफ पंजाब, ठीक है। सो पूरा देखिया जाए कि अंदर गवर्न होंदी है ना, कौन आप कह लिए एक तो प्रेजिडेंट हो गया बट उन्होंने भी उपर कौन है जो गवर्नमेंट ऑफिशियल है, दैट इज़ द CM ऑफ पंजाब। एंड जो क्वेश्चन आता है अंडर इन विच ईयर इट वॉज फॉर्मड इन 1920, ठीक है। 1920 ਦੇ ਵਿੱਚ SGPC ਦੀ ਸਥਾਪਨਾ ਹੋਈ ਸੀ, ठीक है।
The SGPC manages the security, financial, facility maintenance and religious aspects of gurdwaras as well as keeping archaeologically rare and sacred artifacts, including ਜਿਹੜੇ ਗੁਰੂ ਸਾਹਿਬ ਦੇ ਵੈਪਨ, clothes, books and writings of the Sikh gurus। ਠੀਕ ਹੈ, ਇਹ ਜਿੰਨੇ ਵੀ ਸਾਡੇ ਇੱਕ ਤਰ੍ਹਾਂ ਦੀ ਕਹ ਲਓ ਸਾਡੀ ਇੱਕ ਜਾਇਦਾਦ ਹੈ, ਉਹਨਾਂ ਦੇ ਵੀ ਜਿਹੜੇ ਸਾਨੂੰ ਗੁਰੂ ਸਾਹਿਬ ਦੇ ਜਿਹੜੇ ਵੈਪਨਸ ਨੇ ਜਾਂ ਬਾਕੀ ਚੀਜ਼ਾਂ ਨੇ, ਇਹ ਉਹਨਾਂ ਦੇ ਵੀ SGPC ਟੇਕ ਕੇਅਰ ਕਰਦੀ ਹੈ। ਠੀਕ ਹੈ, ਤੇ ਹੁਣ ਅਸੀਂ ਨੈਕਸਟ ਨਿਊਜ਼ ਦੇ ਵੱਲ ਚੱਲਦੇ ਹਾਂ ਵੀ ਨੈਕਸਟ ਨਿਊਜ਼ ਕਿਹੜੀ ਹੈ। FCI to tighten food grains procurement norms। ਠੀਕ ਹੈ, ਇਹ ਜਿਹੜਾ ਪ੍ਰੋਕਿਉਰਮੈਂਟ ਦਾ ਤੁਹਾਨੂੰ ਪਤਾ ਸਾਰਿਆਂ ਨੂੰ ਵੀ ਪੰਜਾਬ ਕਿਸਾਨ ਅੰਦੋਲਨ ਵੀ ਚੱਲ ਰਿਹਾ। ਠੀਕ ਹੈ, ਤੇ FCI ਥੋੜਾ ਦਿਸ ਟਾਈਮ ਇਟ ਹੈਜ਼ ਕਮ ਅਪ ਮੋਰ ਹਾਰਸ਼ ਟੂਵਰਡਸ ਦ ਪ੍ਰੋਕਿਉਰਮੈਂਟ ਪੋਲਿਸੀਜ਼, ਹੈ ਨਾ, ਵੀ ਇਹਨਾਂ ਨੇ ਜਿਹੜੀ ਆਪਣੀ ਪ੍ਰੋਕਿਉਰਮੈਂਟ ਪੋਲਿਸੀਜ਼ ਆ ਉਹਨੂੰ ਟਾਈਟ ਕਰਨ ਦੀ ਇੱਕ ਤਰੀਕੇ ਨਾਲ ਲਗਾਮ ਖਿੱਚਣ ਦੀ ਤਿਆਰੀ ਤੇ ਹੈਗੇ ਨੇ ਵੀ ਇੱਕ ਤਰੀਕੇ ਨਾਲ ਦੇ ਆਰ ਟਾਰਗੇਟਿੰਗ। ਸੋ ਪੀਪਲ ਹੈਵ ਆਲਸੋ ਅਬਜੈਕਟਿਡ ਟੂ ਇਟ, ਹੈ ਨਾ, ਜਿਹੜੇ ਵੀ ਨੇਤਾ ਨੇ ਉਹਨਾਂ ਨੇ ਕਿਹਾ ਵੀ ਇੱਕ ਤਰ੍ਹਾਂ ਇਹਨਾਂ ਨੇ ਸਾਨੂੰ ਤੰਗ ਕਰਨ ਲਈ ਇਹ ਵਾਲਾ ਇੱਕ ਹਥਿਆਰ ਹੈ। ਬਟ ਲੈਟਸ ਸੀ ਵੀ ਇਹਨਾਂ ਨੇ ਇਸ ਕੀ ਕੀਤਾ। ਅ ਕਮੇਟੀ ਆਫ FCI ਅੰਡਰ ਇਟਸ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਸੰਜੀਵ ਕੁਮਾਰ, ਠੀਕ ਹੈ, ਨੋਟ ਡਾਊਨ ਦਾ ਨੇਮ ਸੰਜੀਵ ਕੁਮਾਰ, deliberated the revisiting of यूनिफॉर्म स्पेसिफिकेशन ऑफ फूड ग्रेन प्रोक्योरमेंट ऑन मार्च 11। ठीक है, सो मार्च 11 की ये न्यूज़ है एंड इन्होंने कुछ रिकमेंडेशन दी ने। ठीक है, कुछ रिकमेंड किया जोड़ा इस बारी प्रोक्योरमेंट में यूज़ हो सकता है। असी और देखेंगे भी इन्होंने की रिकमेंड किया। The recommendations for moisture content in wheat grain has been proposed। ठीक है, moisture content ਜਿਹੜਾ ਹੁੰਦਾ ਪਹਿਲਾਂ ਕੀ ਸੀਗਾ as 12%, ਪਹਿਲਾਂ ਸੀਗਾ 14%, ਹੁਣ ਇਹਨਾਂ ਨੇ ਕੀ ਕਰਤਾ ਹੈ ਕਿ 12% ਵੀ ਜਿਹੜਾ moisture content ਹੁੰਦਾ, ਜਿਹੜਾ ਵੀ ਪਾਣੀ ਦਾ ਕੰਟੈਂਟ ਹੁੰਦਾ, ਜੇ ਤੁਹਾਡਾ 12% ਤੋਂ ਜ਼ਿਆਦਾ ਹੈ ਤੇ ਅਸੀਂ ਪ੍ਰੋਕਿਓਰ ਨਹੀਂ ਕਰਾਂਗੇ, ਹੈ ਨਾ, ਵੀ ਤੁਸੀਂ ਇਹਨਾਂ ਨੂੰ ਪਹਿਲਾਂ ਜਿਹੜਾ 14% ਸੀਗਾ ਉਹਨਾਂ ਨੂੰ ਘਟਾ ਕੇ ਕੀ ਕਰਤਾ 12%। ਠੀਕ ਹੈ, ਜਸਟੀਫਿਕੇਸ਼ਨ ਗਿਵਨ ਫॉर द सेम वाज that wheat is harvested in the peak summer days। ठीक है, April and May, and the moisture level at 12% and lower has the advantage of enhanced shelf life। shelf life ਕੀ ਹੁੰਦਾ, ਅਸੀਂ ਕੋਈ ਚੀਜ਼ ਨੂੰ ਘਰ ਲੈ ਕੇ ਆਨੇ ਆ, ਉਹਨੂੰ ਸਟੋਰ ਕਰਦੇ ਆ। ਠੀਕ ਹੈ, ਤਾਂ shelf life means ਵੀ ਉਹ ਕਿੰਨੀ ਦੇਰ ਸਟੋਰ ਹੋ ਸਕਦੀ ਹੈ, ਇਹ ਨਹੀਂ ਵੀ ਉਹ ਪਈ ਖਰਾਬ ਹੋ ਜੇ। ਸੋ ਦਿਸ ਇਜ਼ when the percentage is below 14%, that is if it is 12% then ਉਹਦਾ moisture content ਜਿਹੜਾ below 12% ਹੈ, ਉਹਦੇ ਨਾਲ ਉਹਦੀ ਜਿਹੜੀ ਆਪਾਂ ਸਟੋਰਿੰਗ ਟਾਈਮ ਹੈ ਸਾਨੂੰ ਹੋਰ ਮਿਲ ਜਾਏਗਾ, ਸਾਨੂੰ ਸ਼ੈਲਫ ਲਾਈਫ ਹੋਰ ਮਿਲ ਜਾਏਗੀ। ਉਹ ਪਈ ਕ੍ਰੌਪ ਜੇ FCI ਦੇ ਕਿਸੇ ਵੇਅਰ ਹਾਊਸ 'ਚ ਪਈ ਹੈ, ਉਹ ਪਈ ਕ੍ਰੌਪ ਖਰਾਬ ਨਹੀਂ ਹੋਏਗੀ। ਦੈਟ ਇਜ਼ ਵਾਟ ਦੇ ਹੈਵ ਗਿਵਨ ਦ ਰੈਸ਼ਨਲ ਫॉर ਵਾਟ ਦੇ ਹੈਵ ਕਲੇਮਡ ਵੀ ਅਸੀਂ ਕਿਉਂ ਇਹਨੂੰ ਰਿਡਿਊਸ ਕੀਤਾ। ਠੀਕ ਹੈ, ਫੋਰਨ ਮੈਟਰ which was permissible up to 0.75% has been reduced to 0.5% now। ठीक है, पहला 75.75% तक सीगा ਜਿਹੜਾ ਫੋਰਨ ਮੈਟਰ ਹੈ, ਹੁਣ ਕਹਿੰਦੇ ਵੀ 50% ਤੋਂ 0.50 ਤੋਂ ਤੁਹਾਡਾ ਜ਼ਿਆਦਾ ਨਹੀਂ ਹੋਣਾ ਚਾਹੀਦਾ। ਠੀਕ ਹੈ, ਇਹਨਾਂ ਨੇ ਕੀ ਕੀਤਾ, ਬ੍ਰਿੰਗ देयर क्रॉप्स टू ਮੰਡੀਜ਼, ਵੀ ਉਹ ਮੰਡੀ ਜਿਹੜੀ ਕ੍ਰੌਪ ਲੈ ਕੇ ਆਉਂਦੇ ਉੱਥੇ ਕ੍ਰੌਪ ਦੀ ਸਾਫ਼ ਸਫਾਈ ਹੁੰਦੀ ਹੈ, ਤੇ ਉਹ ਜਿਹੜੀ ਸਾਫ਼ ਸਫਾਈ ਹੈ has to be properly performed so that ਜਿਹੜਾ ਫੋਰਨ ਮੈਟਰ ਹੈ ਉਹ 0.50% ਤੋਂ ਜ਼ਿਆਦਾ ਨਾ ਹੋਏ। that is the rationale for this। ਠੀਕ ਹੈ, next weed seed and unwanted seed which were allowed till 0.4% earlier will be removed now। मतलब बिल्कुल ही होने नहीं चाहिए। ठीक है, from the uniform specifications। slightly damaged जी थोड़ी क्रॉप थोड़ी जी भी slightly भी damage है, reduced from 4% to 2%। suppose ਤੁਹਾਡੇ ਜੇ 100 ਗ੍ਰਾਮ ਨੇ ਤੇ ਉਹਦੇ ਵਿੱਚੋਂ 4 ਗ੍ਰਾਮ ਜੇ ਖਰਾਬ ਵੀ ਹੋਏ ਤੇ ਉਹ ਪਹਿਲਾਂ ਐਕਸੈਪਟ ਸੀਗੇ, ਬਟ ਹੁਣ ਇਹਨਾਂ ਨੇ ਕੀ ਕਹਿਤਾ ਵੀ 2% ਤੋਂ ਜ਼ਿਆਦਾ ਐਕਸੈਪਟ ਨਹੀਂ ਹੋਣਗੀ। ਠੀਕ ਹੈ, the limit of shriveled and broken grains ਜਿਹੜੇ ਟੁੱਟੇ ਹੁੰਦੇ ਆ has also been reduced from 6% to 4%। ਮਤਲਬ ਵੀ ਪਹਿਲਾਂ 6% ਇੱਕ ਐਕਸੈਪਟ ਕਰ ਲੈਂਦੇ ਸੀ ਵੀ 100 ਗ੍ਰਾਮ ਵਿੱਚੋਂ 6 ਗ੍ਰਾਮ ਜੇ ਤੁਹਾਡੀ ਬ੍ਰੋਕਨ ਨੇ ਉਹ ਐਕਸੈਪਟ ਕਰ ਲੈਂਦੇ ਸੀ, ਹੁਣ ਇਹਨਾਂ ਨੇ ਕੀ ਕਰਤਾ ਉਹ ਵੀ ਘਟਾ ਕੇ 4% ਕਰਤਾ ਟੂ ਇੰਪਰੂਵ ਦਾ ਮਰਚੈਂਟੇਬਿਲਿਟੀ ਆਫ ਸਟਾਕਸ ਐਂਡ ਇਨਕਰੀਜ਼ ਦਾ ਹੈਕਟੋਲੀਟਰ weight ਆਫ ਦਾ ਸਟਾਕ। ਹੈਕਟੋਲੀਟਰ ਕੀ ਹੁੰਦਾ, ਬੇਸਿਕਲੀ ਮੈਜਰ ਹੁੰਦਾ ਕੁਆਲਿਟੀ ਦਾ ਵੀ ਵੋਲਿਊਮ 'ਚ ਕਿੰਨਾ ਆ ਰਿਹਾ। ਠੀਕ ਹੈ, minimum 75 kilogram per hectoliter weight may be introduced as quality specification of premium quality stock। ठीक है, एक इन्होंने चेक मैकेनिज्म लाता है भी इन्होंने चेक कर लेंगे भी हेक्टोलीटर तो 75 kg पर हेक्टोलीटर होना चाहिए। ठीक है, टेस्ट वेट ऑल्सो नोन एज हेक्टोलीटर। वॉट इज हेक्टोलीटर आप देखते हैं, इज अ मेजर ऑफ वॉल्यूम ऑफ ग्रेन पर यूनिट। ठीक है, कितना वॉल्यूम ऑफ ग्रेन पर यूनिट ਦੇ ਵਿੱਚ ਆ ਰਿਹਾ ਅਸੀਂ ਉਹ ਡਿਸਕਸ ਕਰਾਂਗੇ, ਉਹ ਆਪਾਂ ਦੇਖਦੇ ਹਾਂ ਵੀ ਕਿੰਨੀ ਕੁਆਲਿਟੀ ਉਹਦੀ ਆ ਰਹੀ ਹੈ। ਇਹ ਦਿਸ ਇਜ਼ ਅ ਮੈਜਰ ਆਫ ਕੁਆਲਿਟੀ। ਐਂਡ ਇਹਨਾਂ ਨੇ ਕੀ ਕੀਤਾ
ਵੀ ਇਟ ਇਜ਼ ਯੂਜੂਅਲੀ ਐਕਸਪ੍ਰੈਸਡ ਐਜ਼ ਕਿਲੋਗ੍ਰਾਮਸ ਐਜ਼ ਪਰ ਹੈਕਟੋਲੀਟਰ। ਦਿਸ ਇਜ਼ ਗੁੱਡ ਇੰਡੀਕੇਸ਼ਨ ਆਫ ਗ੍ਰੇਨ ਸਾਊਂਡਨੈਸ, ਵੀ ਤੁਹਾਡਾ ਕਿੰਨਾ ਵਧੀਆ ਗ੍ਰੇਨ ਹੈ ਉਹ ਹੈਕਟੋਲੀਟਰ ਜਿਹੜਾ ਯੂਨਿਟ ਹੈ ਉਸ ਤੋਂ ਮੈਜਰ ਕਰਕੇ ਦੱਸਣਗੇ। ਤੇ ਇਹਨਾਂ ਨੇ ਉਹ ਵੀ ਇੱਕ ਸਪੈਸੀਫਿਕੇਸ਼ਨ ਜਿਹੜੀ ਹੈ FCI ਨੇ ਇਨਕਲਕੇਟ ਕਰਤੀ ਹੈ ਇਹਨਾਂ ਦੇ ਪ੍ਰੋਕਿਉਰਮੈਂਟ ਪ੍ਰੋਸੈਸ 'ਚ। ਮਤਲਬ ਦੈਟ ਇਜ਼ ਦ ਰਿਕਮੈਂਡੇਸ਼ਨ, ਨੋਟ ਹੈਜ਼ ਸਟਿਲ ਬੀਨ ਇਨਕਲਕੇਟਡ, ਇਟ ਇਜ਼ ਇਨ ਦ ਪ੍ਰੋਸੈਸ ਆਫ ਇਨਕਲਕੇਸ਼ਨ, ਰਾਈਟ। ਸੋ ਨੈਕਸਟ ਕੀ ਕਹਿ ਰਿਹਾ, ਦ ਲਿਵਿੰਗ ਇਨਫੈਸਟੇਸ਼ਨ, ठीक है, हैज़ ब्रॉट डाउन टू 0 अगेंस्ट 2 पर क्विंटल कट। ठीक है, इन्होंने कहता जी कोई उस इन्फेस्टेशन है या कोई लिविंग ऑर्गेनिज्म है वो भी इन्होंने जीरो करता है भी पहला 2% सीगा बट हुण उन्होंने वो भी जीरो करता है भी वो भी सानू एक्सेप्टेबल नहीं होएगा। ठीक है, एक ही कह रहे हैं द FCI ने की आर्ग्यूमेंट दिता है इस दे पिछे, द FCI आर्ग्यूमेंट इज दैट लिविंग इन्फेस्टेशन इज फाउंड इन ओल्ड स्टॉक्स, ਵੀ ਤੁਸੀਂ ਸਾਨੂੰ ਪੁਰਾਣਾ ਸਟਾਕ ਨਾ ਵੇਚ ਦਿਓ ਜਾਂ ਪਿਛਲੇ ਸਾਲ ਦੀ ਫਸਲ ਨਾ ਵੇਚ ਦਿਓ, ਇਸ ਲਈ ਅਸੀਂ ਇਹਨੂੰ ਜ਼ੀਰੋ ਕਰਤਾ ਹੈ। ਠੀਕ ਹੈ, ਐਨੀ ਹਾਓ ਬਹੁਤ ਸਟ੍ਰਿਕਟ ਨੋਰਮਸ ਨੇ, ਹੈ ਨਾ, ਆਪਾਂ ਦੇਖ ਕੇ ਰਹੇ ਹਾਂ ਵੀ ਜ਼ੀਰੋ, ਵੀ ਕੋਈ ਤੁਹਾਡੇ ਤੇ ਵੀ ਵਿੰਡੋ ਨਹੀਂ ਦਿੱਤੀ ਚੱਲ ਥੋੜਾ ਬਹੁਤ ਵੀ ਆ ਜੇ, ਨਹੀਂ, ਬਿਲਕੁਲ ਜ਼ੀਰੋ ਕਰਤਾ ਇਹਨਾਂ ਨੇ। Therefore, such relaxation must not be allowed during the procurement। ठीक है, इन्होंने बिल्कुल ही जीरो करता जी लिविंग इन्फेस्टेशन होएगी, पहला 2% तक एक्सेप्टेबल सीगियां। ठीक है, the permissible limit of weevilled grain was up to 1% earlier with the value cut of ₹2 per quintal has been reduced to 0 on the ground that the possibility of presence of any such grain is very rare and moreover such grains are found only in old wheat stored for a longer period। इन्होंने की किया बेसिकली ਜਿਹੜੀ ਵੀ ਫਸਲ ਸਾਡੀ ਪੁਰਾਣੀ ਹੈ ਉਹ ਨਹੀਂ ਪ੍ਰੋਕਿਓਰ ਕਰਨਗੇ, ਲੇਟੈਸਟ ਪ੍ਰੋਕਿਓਰ ਕਰਨ ਦਾ ਇਹਨਾਂ ਨੇ ਇੱਕ ਹੋਰ ਇੱਕ ਮੈਜਰ ਜਾਂ ਡਾਇਮੈਂਸ਼ਨ ਇੰਟਰੋਡਿਊਸ ਕਰਤੀ ਹੈ ਵੀ ਤੁਹਾਡੀ ਪੁਰਾਣੀ ਫਸਲ ਕਿਸੇ ਤਰੀਕੇ ਨਾਲ ਤੁਸੀਂ ਨਹੀਂ ਵੇਚ ਪਾਏ ਤੇ ਉਹ ਸਾਨੂੰ ਇਸ ਸਾਲ ਨਹੀਂ ਤੁਸੀਂ ਵੇਚ ਸਕਦੇ, ਬਿਕੋਜ਼ ਉਹਦੇ ਵਿੱਚ ਜਿਹੜੀ ਵੀ ਵਿਵਲਡ ਜਿਹੜੀ ਗ੍ਰੇਨ ਹੈ ਇਹ ਹੋ ਸਕਦੀ ਹੈ, ਗਰੋਥ ਹੋ ਸਕਦੀ ਹੈ, ਉਸ ਕੀੜਾ ਲੱਗਿਆ ਹੋ ਸਕਦਾ ਹੈ, बेसिकली दैट इज थिंग दे आर सेइंग। ठीक है, इन केस ऑफ पैडी, ठीक है, पैडी क्रॉप जी होंगी वाटर जिस रिटेन करते हैं, विच इज़ अनदर मेजर क्रॉप ऑफ पंजाब। द फॉरन मैटर लिमिट हैज़ बिन रिड्यूस फ्रॉम 2%, 1% पहला ईच ऑर्गेनिक एंड इनऑर्गेनिक दी होंदी सी, हुण 1% ओवरऑल, वेयर एज डैमेज, डिसकलर्ड, shrunken and weevilled from 5% to 3%। ठीक है, immature, shrunken and shriveled from 5 to 2% and admixture of lower 6% to 5% and more importantly moisture content from 17 to 16%। बेसिकली की कहता है इन्होंने जेड़ा पैडी क्रॉप्स का हैगा उस ते भी चेक मैकेनिज्म लाता है। बेसिकली ਜਿਹੜੇ पंजाब ਦੇ पॉलिटिकल स्टेटमेंट्स ने बेसिकली पंजाब ਦੇ फार्मर ਨੂੰ तंग करने का एक तरीका इन्होंने ਲੱਭਿਆ। ठीक है, इन राइस इन्होंने की किया पहला 25% तक जो राइस के ग्रेन टुटे होंगे सीगे, हुण 20% तक एक्सेप्टेबल होंगे। सिमिलरली वट दे आर सेइंग इज डैमेज हैज़ बिन रिड्यूस फ्रॉम जो डैमेज क्रॉप है 4% to 3% इन रॉ एंड 3 to 2% इन पारबॉइल्ड। पारबॉइल्ड राइस की होंगे ने बेसिकली पारबॉइल्ड राइस वो होंगे जिसका न्यूट्रिशनल कंटेंट वधाया जाता। ठीक है, दैट इज़ बेसिकली पारबॉइल्ड राइस। ठीक है, सिमिलर स्पेसिफिकेशन ऑफ मॉइस्चर कंटेंट, डिस्कलर एक्सेट्रा हैज़ बीन रिड्यूस। मतलब बाकी ਜਿਹੜੇ ਵੀ ਪ੍ਰੋਕਿਉਰਮੈਂਟ ਕਰਦੇ ਨੇ ਉਹਨਾਂ ਵਿੱਚ ਵੀ ਇਹਨਾਂ ਨੇ ਸਿਮਿਲਰ ਮੈਜਰ ਲਗਾ ਕੇ ਉਹਨਾਂ ਨੂੰ ਇੱਕ ਤਰੀਕੇ ਨਾਲ ਟਾਈਟ ਕਰਤਾ ਵੀ ਹਾਂ ਵੀ ਹੁਣ ਉਹਨਾਂ ਦੀ ਲਗਾਮ ਖਿੱਚਤੀ ਹੈ ਵੀ ਵੀ ਵਿਲ ਨਾਟ ਬੀ ਲੀਨੀਐਂਟ ਇਨ ਪ੍ਰੋਕਿਉਰਮੈਂਟ, ਹੈ ਨਾ, दैट इज़ वाई सच मेजर्स हैव बीन इंट्रोड्यूस्ड। ठीक है, ਆਪਾਂ कुछ ਹੋਰ न्यूज़ पढ़ाएंगे, ਜਿਹੜਾ टिडबिट्स ਆਪਾਂ पंजाब ਦਾ पढ़ांगे। ठीक है, ट्रांसपोर्ट मिनिस्टर ऑफ पंजाब इज़ रज़िया सुल्ताना। ठीक है, ट्रांसपोर्ट मिनिस्टर का एक न्यूज़ सीगा रिगार्डिंग हाई सिक्योरिटी रजिस्ट्रेशन प्लेट, ਜਿਹੜੀ ਤੁਹਾਨੂੰ ਪਤਾ ਵੀ ਜਿਸ ਤੇ ਉਹ ਇੱਕ ਚਿਪ ਵੀ ਹੈ ਤੇ ਉਹ ਵੀ ਲੱਗੇ ਹੋਏ ਨੇ, ਇੰਡੀਆ ਦੇ ਲੱਗੇ ਹੋਏ ਨੇ, ਬੇਸਿਕਲੀ ਕਿ ਵੀ ਕੋਈ ਉਹਨੂੰ ਡੁਪਲੀਕੇਟ ਨਾ ਬਣਾ ਲੇ। ਤੇ ਸ਼ੀ ਵਾਜ਼ ਇਨ ਨਿਊਜ਼ ਰਿਗਾਰਡਿੰਗ ਦ HSRP। ठीक है, हाई सिक्योरिटी रजिस्ट्रेशन प्लेट एंड द ट्रांसपोर्ट मिनिस्टर नेम इज़ रज़िया सुल्ताना। ठीक है, अनदर इज़ who's who पंजाब द स्पीकर ऑफ विधान सभा इज़ राणा KP सिंह। सो ही इज़ द स्पीकर ऑफ पंजाब। सेकेंड अगला आप पढ़ते हैं, हु इज़ द लोकपाल ऑफ पंजाब, जस्टिस रिटायर्ड VK शर्मा। ही इज़ द लोकपाल ऑफ पंजाब। बच्चे ਇਹੋ ਜਿਹੇ क्वेश्चन ना डायरैक्ट ही आ जाते भी नाम दसो की है। सो ये जी इन्फॉर्मेशन ने ये ਤੁਹਾਨੂੰ ਉੱਥੇ ਹੈਲਪਫੁਲ ਰਹਿਣਗੀਆਂ। एंड नेक्स्ट इज़ चीफ इलैक्टोरल ऑफिसर ऑफ पंजाब इज़ Dr. S. Karuna Raju। सो दिस वॉज द इन्फॉर्मेशन कि डॉक्टर S. Karuna Raju इज़ द चीफ इलैक्टोरल ऑफिसर। सो इन टोटल असी जी अपनी न्यूज़ डिस्कस कीतियां ने ये तुसी जरूर एक बारी पढ़ लियो, देख लियो। ठीक है, अपने जेड़ा भी तुहानू इन्फॉर्मेशन इंपॉर्टेंट है, जी भी इन्फॉर्मेशन तुहानू यू थिंक यू डोंट नो वो तुसी एक्सट्रैक्ट करके अपने एक नोट्स बना लो, दैट विल बी हैल्पफुल वैन तुहाडे एग्जाम्स आएंगे।
ठीक है, सो दैट इज ऑल फॉर द डे एंड विल बी अवेलेबल या विल कम बैक टू यू नेक्स्ट वीक विद more current news of Punjab. Thank you.